ਦੋਸਤੋ ਤੁਸੀਂ ਪਿਛਲੇ 2 ਦਿਨ ਤੋਂ ਪੰਜਾਬ ਦੀ ਜਿਹੜੀ ਅਫਸਰਸ਼ਾਹੀ ਆ ਤੇ ਜੇ ਪੰਜਾਬ ਦੀ ਪੋਲੀਟੀਕਲ ਜਮਾਤ ਆ ਉਸ ਦੇ ਵਿੱਚ ਬੜਾ ਵੱਡਾ ਤਕਰਾਰ ਹੋਇਆ ਆਪਸ ਵਿੱਚ। ਤੁਸੀਂ ਸਭ ਨੇ ਟੈਲੀਵਿਜ਼ਨਸ ਤੇ ਦੇਖਿਆ, ਸੋਸ਼ਲ ਮੀਡੀਆ ਤੇ ਸਾਰੀਆਂ ਗੱਲਾਂ ਦੇਖੀਆਂ। ਤਕਰਾਰ ਚਾਹੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਆਇਆ ਕਿ ਜੋ ਸ਼ਰਾਬ ਦੀ ਆਮਦਨ ਘਟ ਰਹੀ ਹੈ ਪੰਜਾਬ 'ਚੋਂ ਪਿਛਲੇ 2-3 ਸਾਲਾਂ ਤੋਂ ਰੈਵਨਿਊ ਘਟ ਰਹੀ ਹੈ, ਉਸ ਨੂੰ ਲੈ ਕੇ ਤਕਰਾਰ ਵਧਿਆ। ਕੁਛ ਸ਼ਰਾਬ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸਮਗਲਿੰਗ ਹੋ ਰਹੀ ਆ, ਜਿਹਨੂੰ ਕਹਿੰਦੇ ਕਿ ਲਿਕਰ ਮਾਫੀਆ ਬਹੁਤ ਪਰਬਲ ਹੋ ਗਿਆ। ਔਰ ਇਹ ਲਿਕਰ ਮਾਫੀਆ ਦੇ ਵਿੱਚ ਜਿਹੜੇ ਡਿਸਟਿਲਰੀਆਂ ਦੇ ਮਾਲਕ ਨੇ, ਬਹੁਤ ਸਾਰੇ ਪੋਲੀਟੀਕਲ ਲੋਕ ਨੇ, ਜਿੱਦਾਂ ਰਾਣਾ ਗੁਰਜੀਤ ਸਿੰਘ ਆ, ਦੀਪ ਮਲਹੋਤਰਾ, ਡੀਪੀ ਯਾਦਵ ਆ ਉੱਥੋਂ ਦੇ, ਸ਼ਾਇਦ ਯੂਪੀ ਦੇ ਨੇ, ਜਾਂ ਜਿਹੜੇ ਹੋਰ ਵੀ ਮਾਲਕ ਨੇ ਡਿਸਟਿਲਰੀਆਂ ਦੇ, ਇਹ ਬੜੇ ਪਾਵਰਫੁਲ ਵੈਲ ਕਨੈਕਟਡ ਲੋਕ ਨੇ। ਔਰ ਇਹ ਆਪਣੀਆਂ ਡਿਸਟਿਲਰੀਆਂ ਤੋਂ ਸ਼ਰੇਆਮ ਬਿਨਾਂ ਕਿਸੇ ਐਕਸਾਈਜ਼ ਡਿਊਟੀ ਤੋਂ ਧੜਾ ਧੜ ਸ਼ਰਾਬ ਵੇਚ ਰਹੇ ਨੇ। ਔਰ ਇਸ ਦੇ ਨਾਲ ਇੱਕ ਪੈਰਲਲ 2 ਨੰਬਰ ਦੀ ਸ਼ਰਾਬ ਪੰਜਾਬ ਦੇ ਵਿੱਚ ਵਿਕ ਰਹੀ, ਜਿਹਦੇ ਕਰਕੇ ਜੋ ਪੰਜਾਬ ਦੇ ਖਜ਼ਾਨੇ ਵਿੱਚ ਐਕਸਾਈਜ਼ ਰੈਵਨਿਊ ਆਉਣੀ ਚਾਹੀਦੀ ਸੀ ਉਹ ਕਾਫੀ ਹੱਦ ਤੱਕ ਘਟ ਰਹੀ ਹੈ। ਇਸ ਨੂੰ ਲੈ ਕੇ ਮਿਨਿਸਟਰਸ ਔਰ ਜਿਹੜੇ ਬਿਊਰੋਕਰੈਟਸ ਆ ਉਹਨਾਂ ਵਿੱਚ ਕਾਫੀ ਵੱਡਾ ਤਕਰਾਰ ਹੋਇਆ। ਕੁਝ ਆਨਲਾਈਨ ਜਿਹੜੀ ਨਵੀਂ ਪਾਲਿਸੀ ਲਿਆ ਰਹੇ ਸੀਗੇ, ਐਕਸਾਈਜ਼ ਜਿਹੜੀ ਸ਼ਰਾਬ ਘਰਾਂ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਸੀ, ਉਸ ਨੂੰ ਲੈ ਕੇ ਜਿਹੜੀ ਕੈਬਨਿਟ ਮੀਟਿੰਗ ਹੋਈ ਅੱਜ ਤੋਂ 2 ਦਿਨ ਪਹਿਲਾਂ, ਇਹਦਾ ਜਿਹੜਾ ਚਲੋ ਸ਼ਰਾਬ ਦੀ ਆਮਦਨ ਦਾ ਪੱਖ ਹੈਗਾ ਉਹ ਤਾਂ ਸਮਝ ਆਉਂਦਾ ਕਿ ਉਹਦੇ 'ਚ ਸਮਗਲਿੰਗ ਹੋ ਰਹੀ ਆ, 2 ਨੰਬਰ ਦਾ ਸ਼ਰਾਬ ਦਾ ਟ੍ਰੇਡ ਚੱਲ ਰਿਹਾ, ਲਿਕਰ ਮਾਫੀਆ ਜਿਹੜਾ ਵਾ ਉਹ ਪੈਰਲਲ ਟ੍ਰੇਡ ਕ੍ਰੀਏਟ ਕਰਕੇ ਸਿੱਧਾ ਪੈਸਾ ਆਪਣੀਆਂ ਜੇਬਾਂ 'ਚ ਪਾ ਰਿਹਾ। ਪਰ ਜਿਹੜਾ ਇਹਦਾ ਦੂਜਾ ਇੰਪੋਰਟੈਂਟ ਪੱਖ ਹੈ ਕਿ ਅਫਸਰਸ਼ਾਹੀ ਤੇ ਪੋਲੀਟੀਕਲ ਜਮਾਤ ਕਿਸ ਤਰ੍ਹਾਂ ਅਫਸਰਸ਼ਾਹੀ ਹਾਵੀ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ, ਵੈਸੇ ਸਾਰੇ ਦੇਸ਼ ਵਿੱਚ ਆ, ਪਰ ਪੰਜਾਬ ਦੇ ਵਿੱਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਜਦ ਵੀ ਉਹਨਾਂ ਦਾ ਰਾਜ ਬਣਦਾ ਉਹ ਅਫਸਰਸ਼ਾਹੀ ਤੇ ਡਿਪੈਂਡੈਂਟ ਹੁੰਦੇ, ਉਹ ਆਪਣੇ ਆਫਿਸਰਸ ਨੂੰ ਪੋਲੀਟੀਕਲ ਆਦਮੀਆਂ ਦੇ ਮੁਕਾਬਲੇ ਤੇ ਜ਼ਿਆਦਾ ਤਰਜੀਹ ਦਿੰਦੇ ਨੇ। ਔਰ ਇੱਕ ਮੈਂ ਤੁਹਾਨੂੰ ਇੱਥੇ ਗੱਲ ਕੀ ਕਹਿੰਦੇ ਹੁੰਦੇ ਕਿ ਐਡਮਿਟ ਕਰਨਾ ਚਾਹੁੰਦਾ ਵਾਂ ਕਿ ਪੋਲੀਟੀਕਲ ਜਮਾਤ ਸਾਰੇ ਦੇਸ਼ ਵਿੱਚ ਬਹੁਤ ਬਦਨਾਮ ਹੈ ਇਸ ਵੇਲੇ, ਕਰਪਸ਼ਨ ਨੂੰ ਲੈ ਕੇ ਜਾਂ ਹੋਰ ਜਿਹੜੇ ਇਹਨਾਂ ਦੇ ਬੋਲਣ ਦੇ ਤਰੀਕੇਕਾਰ ਨੇ, ਕਈ ਵਾਰ ਬਹੁਤ ਵਾਹਿਯਾਤ ਬਿਆਨ ਦਿੰਦੇ ਨੇ, ਜਿਹਦੇ ਕਰਕੇ ਕਾਫੀ ਉਹ ਕੀ ਕਹਿੰਦੇ ਹੁੰਦੇ ਕਿ ਤਕਰਾਰ ਪੈਦਾ ਹੁੰਦਾ ਲੋਕਾਂ ਦੇ ਮਨਾਂ ਦੇ ਵਿੱਚ। ਔਰ ਸਾਡੀ ਜਿਹੜੀ ਤਸਵੀਰ ਹੈ ਪੋਲੀਟੀਕਲ ਲੋਕਾਂ ਦੀ ਉਹ ਕਾਫੀ ਹੱਦ ਤੱਕ ਆਮ ਜਨਤਾ ਦੇ ਮਨਾਂ ਵਿੱਚ ਗਿਰੀ ਹੋਈ ਆ, ਔਰ ਕੁਝ ਹੱਦ ਤੱਕ ਰਾਈਟਲੀ ਗਿਰੀ। ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਇਲੈਕਟਿਡ ਜਮਾਤ ਜਾਂ ਜਿਹੜੀ ਪੋਲੀਟੀਕਲ ਜਮਾਤ ਹੈਗੀ ਆ, ਇਹ ਅਫਸਰਸ਼ਾਹੀ ਨਾਲੋਂ ਫਿਰ ਵੀ ਬਿਹਤਰ ਆ। ਇਹ ਅਕਾਊਂਟੇਬਲ ਨੇ, ਇਹਨਾਂ ਦੀ ਹਰ 5 ਸਾਲ ਬਾਅਦ ਚੋਣ ਹੁੰਦੀ। ਜੇ ਤੁਹਾਨੂੰ ਆਪਣਾ MLA ਜਾਂ MP ਚੰਗਾ ਨਹੀਂ ਲੱਗਦਾ, ਜਾਂ ਸਰਪੰਚ ਜਾਂ ਬਲਾਕ ਸੰਮਤੀ ਮੈਂਬਰ ਜਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਚੰਗਾ ਨਹੀਂ ਲੱਗਦਾ, ਤੁਸੀਂ ਇਹਨਾਂ ਨੂੰ ਵੋਟ ਪਾ ਕੇ ਲਾ ਸਕਦੇ ਹੋ। ਔਰ 5 ਸਾਲਾਂ ਦੇ ਵਿੱਚ ਕਈ ਹੋਰ ਚੋਣਾਂ ਵੀ ਆਉਂਦੀਆਂ ਨੇ, ਜਿੱਦਾਂ ਫਰਜ਼ ਕਰੋ ਲੈਟ ਸੇ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਗਈ 2017 'ਚ, ਤੇ 2019 ਦੇ ਵਿੱਚ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਆਈ। ਇਹਦੇ ਦਰਮਿਆਨ ਪੰਚਾਇਤਾਂ ਦੀਆਂ ਚੋਣਾਂ, ਨਗਰ ਪੰਚਾਇਤਾਂ ਦੀਆਂ ਚੋਣਾਂ, ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਭਾਵ ਕਿ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੀ ਲਗਾਤਾਰ ਕੰਸਿਸਟੈਂਟਲੀ ਉਸ 5 ਸਾਲ ਦੇ ਦੌਰਾਨ ਵੀ ਅਕਾਊਂਟੇਬਿਲਿਟੀ ਚੱਲਦੀ ਰਹਿੰਦੀ ਆ। ਔਰ ਅਗਰ ਇਹਨਾਂ ਨੂੰ ਲੋਕ ਸਮਝਣ ਕਿ ਹਾਂ ਇਹ ਸਾਡੇ ਆਸਾਂ ਮੁਤਾਬਕ ਕੰਮ ਨਹੀਂ ਕਰ ਰਹੇ, ਤੁਸੀਂ ਉਹਨਾਂ ਦੇ ਖਿਲਾਫ ਵੋਟ ਪਾ ਕੇ ਆਪਣਾ ਗੁੱਸਾ ਜ਼ਾਹਰ ਕਰ ਸਕਦੇ ਹੋ। ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਰੀ ਪੋਲੀਟੀਕਲ ਜਮਾਤ ਮਾੜੀ ਨਹੀਂ ਗੀ। ਪੰਜਾਬ ਦੇ ਵਿੱਚ 117 MLA ਥੋੜੋ ਸਾਰੇ ਮਾੜੇ ਨੇ, 117 ਦੇ ਵਿੱਚੋਂ ਬਹੁਤ ਸਾਰੇ MLA ਇਮਾਨਦਾਰ ਨੇ, ਲੇਕਿਨ ਉਹਨਾਂ ਦੀ ਇਮਾਨਦਾਰੀ ਜਿਹੜੀ ਚੰਦ ਪੋਲੀਟੀਕਲ ਆਦਮੀ ਕਰਪਸ਼ਨ ਕਰਦੇ ਨੇ ਜਾਂ ਤਾਕਤਵਰ ਲੋਕ ਜਦੋਂ ਕਿਸੇ ਆਫੀਸ਼ੀਅਲ ਪੋਜੀਸ਼ਨ ਤੇ ਬੈਠ ਜਾਂਦੇ ਨੇ, ਉਹ ਸਾਰੇ 117 ਦੇ 17 ਨੂੰ ਬਦਨਾਮ ਕਰ ਦਿੰਦੇ ਨੇ। ਅੱਜ ਵੀ ਜੇ ਤੁਸੀਂ ਦੇਖੋਗੇ ਕਿ ਜੇ ਆਪਾਂ ਕਹਿ ਦਈਏ ਕਿ ਸਾਰੇ MLA ਮਾੜੇ, ਇਹ ਨਹੀਂ ਯਾਰਡਸਟਿਕ ਹੋ ਸਕਦਾ, ਕਿਉਂਕਿ ਜਿਹੜੇ 18 ਮਿਨਿਸਟਰਸ ਬਣਦੇ ਨੇ, ਇੱਕ ਚੀਫ ਮਿਨਿਸਟਰ ਬਣਦਾ, ਸਹੀ ਮਾਇਨੇ ਵਿੱਚ ਕਰਪਸ਼ਨ ਕਰਨ ਦਾ ਮੌਕਾ ਆਪਣੇ ਡਿਪਾਰਟਮੈਂਟ ਵਿੱਚ ਉਹਨਾਂ ਲੋਕਾਂ ਨੂੰ ਮਿਲਦਾ। ਔਰ ਪੰਜਾਬ ਦੇ ਵਿੱਚ ਇਹ ਨਹੀਂ ਮੈਂ ਕਹਿੰਦਾ ਕਿ ਲੁੱਟ ਖਸੁੱਟ ਨਹੀਂ ਕੀਤੀ, ਇਹਨਾਂ ਨੇ ਬੜੀ ਦੱਬ ਕੇ ਕੀਤੀ ਆ। ਔਰ ਲੇਕਿਨ ਇਹ ਚੰਦ ਪੋਲੀਟੀਕਲ ਘਰਾਣੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪਿਛਲੇ 35-40 ਸਾਲ ਤੋਂ ਐਡੀ ਲੁੱਟ ਖਸੁੱਟ ਕੀਤੀ ਕਿ ਸਾਡੇ ਪੰਜਾਬ ਨੂੰ ਕਰਜ਼ਈ ਬਣਾਤਾ। ਪਰ ਜਿਹੜੀ ਬਿਊਰੋਕ੍ਰੇਸੀ ਹੈ ਨਾ, ਉਹ ਬਿਹਾਈਂਡ ਦ ਸੀਨ ਰਹਿੰਦੀ ਆ। ਤੁਹਾਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਚੰਡੀਗੜ੍ਹ ਦੇ ਸੈਕਟਰੀਏਟ ਵਿੱਚ ਕਿਹੜੇ ਸੈਕਟਰੀ ਲੈਵਲ ਦੇ IAS ਆਫਿਸਰਸ ਜਿਹੜੇ ਕਈ ਸਾਲਾਂ ਤੋਂ ਬੈਠੇ ਨੇ, ਇੱਥੇ 15-15, 20 ਸਾਲ ਤੋਂ ਚੰਡੀਗੜ੍ਹ ਹੈੱਡਕੁਆਰਟਰਸ ਦੇ ਬੈਠੇ, ਔਰ ਸਭ ਇੰਪੋਰਟੈਂਟ ਡਿਸੀਜਨਸ ਇਹ ਲੈ ਵੀ ਰਹੇ ਨੇ ਤੇ ਉਹਨਾਂ ਨੂੰ ਐਗਜ਼ੀਕਿਊਟ ਵੀ ਕਰ ਰਹੇ ਨੇ। ਇਹਨਾਂ ਤੋਂ ਬਗੈਰ ਪੱਤਾ ਨਹੀਂ ਹਿਲਦਾ। ਔਰ ਇਹ ਟ੍ਰੇਨਡ ਲੋਕ ਨੇ, ਇਹਨਾਂ ਨੂੰ ਬਕਾਇਦਾ ਤੌਰ ਤੇ ਅਕੈਡਮੀਆਂ ਵਿੱਚ ਐਗਜ਼ੀਕਿਊਟਿਵ ਵਰਕਿੰਗ ਦੀ ਟ੍ਰੇਨਿੰਗ ਦਿੱਤੀ ਗਈ ਹੈ। ਲੇਕਿਨ ਜਿਹੜੀ ਪੋਲੀਟੀਕਲ ਜਮਾਤ ਹੈ ਉਹ ਤਾਂ ਪਿੰਡਾਂ ਵਿੱਚ ਘਿਸ ਕੇ, ਸ਼ਹਿਰਾਂ ਵਿੱਚ, ਕਸਬਿਆਂ ਤੇ ਵਾਰਡਾਂ ਵਿੱਚ ਘੁੰਮ ਕੇ ਲੋਕਾਂ ਦੇ ਨਾਲ ਉਹਨਾਂ ਦੀ। ਔਰ ਪੋਲੀਟੀਕਲ ਜਮਾਤ 'ਚ ਇੱਕ ਨੁਕਸ ਹੋ ਰਹੇਗਾ ਕਿ ਇਹਨਾਂ ਨੂੰ ਥੋੜਾ ਸਾਰੇ ਸਬਜੈਕਟਸ ਬਾਰੇ ਪਤਾ,
ਲੇਕਿਨ ਪੂਰੀ ਜਾਣਕਾਰੀ ਇਹਨਾਂ ਨੂੰ ਨਹੀਂ। ਜਿੱਦਾਂ ਕਿਸੇ ਵੀ ਜਿਹੜਾ ਸੈਕਟਰੀ ਹੈ ਕਿਸੇ ਡਿਪਾਰਟਮੈਂਟ ਦਾ ਜਾਂ ਡਿਪਟੀ ਕਮਿਸ਼ਨਰ ਹੈ ਜਾਂ ਜਿਹੜੇ ਪੀਸੀਐਸ ਆਫਿਸਰਸ ਆ, ਉਹ ਟ੍ਰੇਨ ਨੇ, ਉਹਨਾਂ ਨੂੰ ਪਤਾ ਕਿ ਆਹ ਸਾਡਾ ਡਿਪਾਰਟਮੈਂਟ ਹੈ, ਇਹਦੇ 'ਚ ਇਸ ਡਿਪਾਰਟਮੈਂਟ ਨੂੰ ਕਿੱਦਾਂ ਵਰਕਿੰਗ ਕਰਨੀ। ਇਸ ਲਈ ਅਫਸਰਸ਼ਾਹੀ ਨੇ ਬੇਤਹਾਸ਼ਾ ਲੁੱਟ ਕੀਤੀ ਆ। ਇਹ ਨਹੀਂਗਾ ਕਿ, ਔਰ ਤੁਸੀਂ ਦੇਖੋਗੇ, ਮਾਫ ਕਰਨਾ, ਮੈਂ ਸਭ ਦਾ ਰਿਗਾਰਡ ਕਰਦਾ, ਸਭ ਦੀ ਇੱਜ਼ਤ ਕਰਦਾ, ਮੈਂ ਕਰਪਟ ਬੰਦਿਆਂ ਦੀ ਗੱਲ ਕਰਦਾ। ਕਈ ਐਸਐਚਓ ਹੀ ਨੇ ਪੰਜਾਬ ਦੇ ਵਿੱਚ ਇੱਦਾਂ ਦੇ ਜਿਹੜੇ ਸੈਂਕੜੇ ਕਰੋੜਾਂ ਦੇ ਮਾਲਕ ਨੇ, ਕਈ ਡੀਐਸਪੀਜ਼ ਨੇ, ਕਈ ਪੀਸੀਐਸ ਆਫਿਸਰ ਹੀ ਨੇ ਥੱਲੇ ਥੱਲੇ ਰਹਿ ਕੇ ਐਸਡੀਐਮ ਪੱਧਰ ਤੇ ਏਡੀਸੀ ਲੱਗ ਕੇ ਉਹਨਾਂ ਨੇ ਇਸ ਤਰ੍ਹਾਂ ਪੈਸਾ ਕਮਾਇਆ ਕਿ ਤੌਬਾ ਰੱਬ ਦੀ। ਤੇ ਜਿਹੜੇ ਆਈਏਐਸ ਨੇ, ਜਿਹੜੇ ਹੋਰ ਉੱਤੇ ਚਲ ਜਾਂਦੇ ਨੇ ਪੰਜਾਬ ਦੇ, ਮੈਂ ਬਹੁਤ ਸਾਰੇ ਸੀਨੀਅਰ ਬਿਊਰੋਕਰੇਟਸ ਨੂੰ ਜਾਣਦਾ ਜਿਨ੍ਹਾਂ ਦੇ ਗੋਆ ਵਿੱਚ ਹੋਟਲਸ ਨੇ। ਬਹੁਤ ਆਈਏਐਸ ਤੇ ਆਈਪੀਐਸ ਆਫਿਸਰਸ ਨੇ ਜਿਨ੍ਹਾਂ ਦੇ ਚੰਡੀਗੜ੍ਹ ਦੇ ਨੇੜੇ ਨੇੜੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਨੇ, ਕਰੋੜਾਂ ਰੁਪਏ ਦੀਆਂ। ਔਰ ਇਹਨਾਂ ਨੂੰ ਪਤਾ ਵਾ ਕਿ ਕਿੱਥੋਂ ਕਿੱਥੋਂ ਪੈਸੇ ਬਣਦੇ ਨੇ। ਚੁੱਪ ਚਪੀਤੇ ਪਿੱਛੇ ਬੈਠੇ ਬਿਹਾਈਂਡ ਦ ਸੀਨ ਜੁੱਤੀਆਂ ਤੇ ਮੁਖਾਲਫਤ ਪੋਲੀਟੀਕਲ ਲੋਕਾਂ ਦੀ ਹੁੰਦੀ। ਫੈਸਲਾ ਜੋ ਵੀ ਆਉਂਦਾ ਪੰਜਾਬ ਸਰਕਾਰ ਕਰਦੀ ਆ, ਉਹਦਾ ਖਮਿਆਜ਼ਾ ਪੋਲੀਟੀਕਲ ਜਮਾਤ ਨੂੰ ਭੁਗਤਣਾ ਪੈਂਦਾ। ਤੇ ਜਿਹੜੇ ਬਿਊਰੋਕਰੇਟਸ ਨੇ, ਅਫਸਰਸ਼ਾਹੀ, ਚੁੱਪ ਕਰਕੇ ਪਿੱਛੇ ਬੈਠੇ ਆਪਣਾ ਕੰਮ ਕਰੀ ਜਾਂਦੇ। ਇਹਨਾਂ ਦੀ ਕੋਈ ਅਕਾਊਂਟੇਬਿਲਿਟੀ ਨਹੀਂ। ਜਿੱਦਣ ਇਹ ਸਰਵਿਸ ਜੁਆਇਨ ਕਰ ਲਈ, 35-40 ਸਾਲ ਜਦ ਤੱਕ ਰਿਟਾਇਰ ਨਹੀਂ ਹੁੰਦੇ, ਇਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਮੈਕਸਿਮਮ ਕੋਈ ਚਾਰਜ ਸ਼ੀਟ ਹੋ ਜਾਊਗਾ, ਕੋਈ ਮਾੜਾ ਮੋਟਾ ਸਸਪੈਂਡ ਹੋ ਜਾਊਗਾ, ਉਹ ਆਪਣੇ ਤਿਕੜਮਬਾਜ਼ੀ ਕਰਕੇ ਆਪਣੇ ਕਨੈਕਸ਼ਨ ਜੋੜ ਕੇ ਫਿਰ ਦੁਬਾਰਾ ਉਸੇ ਜਗ੍ਹਾ ਤੇ ਬਹਾਲ ਹੋ ਜਾਂਦੇ ਨੇ। ਮੇਰਾ ਖਿਆਲ ਹੈ ਕਿ ਇੱਕ ਪੈਸੇ ਵੀ ਅਫਸਰਸ਼ਾਹੀ ਨੂੰ ਕਿਸੇ ਨੇ ਅੱਜ ਤੱਕ ਭ੍ਰਿਸ਼ਟਾਚਾਰ ਵਿੱਚ ਕੋਈ ਨੱਥ ਨਹੀਂ ਪਾਈ, ਨਾ ਇਹਨਾਂ ਨੂੰ ਕੋਈ ਨਕੇਲ ਪਾਏਗੀ, ਨਾ ਇਹਨਾਂ ਦੀ ਕੋਈ ਅਕਾਊਂਟੇਬਿਲਿਟੀ ਹੋਈ। ਔਰ ਮੈਂ ਜ਼ਿਆਦਾ ਦੂਰ ਨਾ ਜਾਵਾਂ, ਚੰਡੀਗੜ੍ਹ ਮੁੱਲਾਂਪੁਰ ਰੋਡ ਦੇ ਉੱਤੇ ਇੱਕ ਆਈਏਐਸ ਤੇ ਪੀਸੀਐਸ ਆਫਿਸਰਸ ਦੀ ਕਾਲੋਨੀ ਬਣੀ ਹੋਈ ਆ, ਔਰ ਉਹ 4 ਵਾਰਡ ਹੈ, ਸ਼ਾਇਦ 400 ਏਕੜ ਵਿੱਚ ਆ। ਇਹਨਾਂ ਦੇ ਜਾ ਕੇ ਘਰ ਦੇਖ ਲਓ ਤੁਸੀਂ। ਔਰ ਜੇ ਤੁਸੀਂ ਸਿਰਫ ਉਸ ਕਾਲੋਨੀ ਚੋਂ ਇਨਕੁਆਇਰੀ ਕਰਾ ਲਓ ਕਿ ਇੱਕ ਆਈਏਐਸ ਤੇ ਪੀਸੀਐਸ ਆਫਿਸਰ, ਮੰਨ ਲਿਆ ਇਹਨਾਂ ਦੀ ਤਨਖਾਹ ਲੱਖ, 1.5 ਲੱਖ, 2 ਲੱਖ, 2.5 ਲੱਖ ਰੁਪਏ ਹੋਵੇਗੀ, ਪਰ ਇਹ ਕਰੋੜਾਂ ਰੁਪਏ ਦੀ ਕੋਠੀਆਂ ਕਿੱਥੋਂ ਪਾ ਕੇ ਬੈਠੇ ਨੇ। ਕਦੀ ਕਿਸੇ ਸਰਕਾਰ ਨੇ ਅਫਸਰਾਂ ਦੀ ਪੁੱਛ ਪੜਤਾਲ ਜਾਂਚ ਕਰਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਸੋ ਮੇਰਾ ਮਕਸਦ ਤੁਹਾਨੂੰ ਸਿਰਫ ਇਹ ਬੇਨਤੀ ਕਰਨ ਦਾ ਸੀਗਾ ਕਿ ਜਮਾਤਾਂ ਦੋਨੋਂ ਹੀ ਮਾੜੀਆਂ ਹੋ ਚੁੱਕੀਆਂ ਨੇ, ਦੋਨੋਂ ਹੀ ਕਰਪਟ ਨੇ, ਦੋਨਾਂ ਨੇ ਆਪਣਾ ਅਕਸ ਵਿਗਾੜ ਲਿਆ। ਲੇਕਿਨ ਜ਼ਿਆਦਾ ਨਜਲਾ ਜਿਹੜਾ ਲੋਕਾਂ ਦਾ ਗੁੱਸਾ ਵਾ, ਉਹ ਸਾਰਾ ਸਿਆਸੀ ਲੋਕਾਂ ਦੇ ਉੱਤੇ ਡਿੱਗਦਾ ਵਾ। ਔਰ ਕੁਝ ਹੱਦ ਤੱਕ ਸਿਆਸੀ ਲੋਕ ਜ਼ਿੰਮੇਵਾਰ ਜਿਹੜੇ ਮਿਨਿਸਟਰਸ ਬਣਦੇ ਨੇ, ਜਿਹੜੇ ਕੋਈ ਚੇਅਰਮੈਨ ਬਣ ਜਾਂਦੇ ਨੇ, ਜਿਹੜੇ ਕੋਈ ਤਾਕਤਵਰ ਪੋਜੀਸ਼ਨ ਤੇ ਬੈਠੇ ਨੇ, ਉਹਨਾਂ ਨੇ ਬਾਕੀ ਵੀ ਸਾਰੀ ਸਿਆਸੀ ਜਮਾਤ ਨੂੰ ਬਦਨਾਮ ਕਰਤਾ। ਜਿਹੜੇ ਬਹੁਤ ਸਾਰੇ ਐਮਐਲਏਜ਼ ਮੈਂ ਜਾਣਦਾ, ਬਹੁਤ ਚੰਗੇ ਨੇ, ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ। ਔਰ ਜਿਹੜੇ ਐਮਐਲਏਜ਼ ਵੀ ਥੋੜੇ ਬਹੁਤੇ ਕਰਪਟ ਨੇ, ਰੂਲਿੰਗ ਪਾਰਟੀ ਵੇਲੇ ਹੀ ਮੌਕਾ ਮਿਲ ਸਕਦਾ ਜਦੋਂ ਉਹਨਾਂ ਦੀ ਸਰਕਾਰ ਬਣਦੀ, ਉਹ ਆਪਣੇ ਆਪਣੇ ਹਲਕੇ 'ਚ 4-5 ਥਾਣਿਆਂ 'ਚੋਂ ਲੁੱਟ ਖਸੁੱਟ ਕਰ ਸਕਦੇ ਨੇ, ਉਹ 2-3 ਤਹਿਸੀਲਾਂ 'ਚੋਂ ਲੁੱਟ ਖਸੁੱਟ ਕਰਦੇ। ਐਮਐਲਏ ਦਾ ਦਾਇਰਾ ਇਸ ਤੋਂ ਜ਼ਿਆਦਾ ਨਹੀਂ ਹੈਗਾ। ਬਹੁਤ ਚੰਦ ਜਿਹੇ ਐਮਐਲਏ ਜਿਹੜੇ ਬਹੁਤ ਜਿਹਨੂੰ ਕਹਿੰਦੇ ਕਿ ਸ਼ਾਤਰ ਨੇ, ਜਿਹੜੇ ਚੀਫ ਮਿਨਿਸਟਰ ਤੱਕ ਜਾ ਕੇ ਕੋਈ ਨਾ ਕੋਈ ਆਪਣਾ ਫਾਇਦਾ ਲੈ ਸਕਦੇ ਨੇ। ਬਹੁ ਗਿਣਤੀ ਐਮਐਲਏਜ਼ ਜਿਹੜੇ ਨੇ, ਮੈਂ ਸਮਝਦਾ ਫਿਰ ਵੀ ਇਮਾਨਦਾਰ ਨੇ। ਤੇ ਥੱਲੇ ਨੂੰ ਜਿਹੜੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਸ ਨੇ, ਉਹਨਾਂ ਦੇ ਕੋਲ ਤਾਂ ਕੋਈ ਸਕੋਪ ਹੀ ਨਹੀਂ ਕਰਪਸ਼ਨ ਕਰਨ ਦਾ। ਜਿਹੜੇ ਬਲਾਕ ਸੰਮਤੀਆਂ ਦੇ ਮੈਂਬਰ ਨੇ, ਬਹੁਤ ਚੰਗੇ ਨੇ। ਬਹੁ ਗਿਣਤੀ ਸਰਪੰਚ ਵੀ ਜਿਹੜੇ ਇਮਾਨਦਾਰ ਨੇ। ਜੇ ਬਹੁਤ ਸਾਰੇ ਕਾਉਂਸਲਰਸ, ਬਹੁਤ ਸਾਰੇ ਮੇਅਰਸ ਬੜੇ ਚੰਗੇ ਨੇ। ਲੇਕਿਨ ਧੱਬਾ ਲੱਗ ਗਿਆ ਔਰ ਸਾਨੂੰ ਫਿਲਮਾਂ ਦੇ ਵਿੱਚ ਵੀ ਇੱਕ ਗੁੰਡੇ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਵਾ। ਔਰ ਜਿਹੜਾ ਹੁਣ ਤਕਰਾਰ ਚੱਲਿਆ ਵਾ ਪੰਜਾਬ ਦੇ ਵਿੱਚ, ਇੱਥੋਂ ਗੱਲ ਕਲੀਅਰ ਕੱਟ ਹੋ ਗਈ ਕਿ ਸਿਆਸੀ ਜਮਾਤ ਦੀ ਕੋਈ ਪੁੱਛਗਿੱਛ ਨਹੀਂ। ਜੇ ਮਿਨਿਸਟਰਸ ਨੂੰ ਇੱਕ ਕੈਬਨਿਟ ਮੀਟਿੰਗ 'ਚੋਂ ਵਾਕਆਊਟ ਕਰਨਾ ਪੈ ਰਿਹਾ, ਤੁਸੀਂ ਅੰਦਾਜ਼ਾ ਲਾ ਲਓ ਆਮ ਜਿਹੜੇ ਰੂਲਿੰਗ ਪਾਰਟੀ ਦੇ ਐਮਐਲਏ ਜਿਨ੍ਹਾਂ ਦਾ ਕੀ ਹਸ਼ਰ ਹੋਵੇਗਾ। ਤੇ ਜਿਹੜੇ ਆਪੋਜੀਸ਼ਨ ਦੇ, ਉਹਨਾਂ ਦੇ ਤਾਂ ਤੁਸੀਂ ਅੰਦਾਜ਼ਾ ਲਾ ਲਓ, ਉਹਨਾਂ ਦੇ ਤਾਂ ਉਲਟਾ ਪਰਚੇ ਦਰਜ ਕੀਤੇ ਜਾਂਦੇ ਨੇ, ਕੋਈ ਵੀ ਗੱਲ ਆਵਾਜ਼ ਉਠਾਉਂਦੇ ਨੇ। ਮੈਂ ਤੁਹਾਡੇ ਸਾਹਮਣੇ ਇੱਕ ਜਿੰਦਾ ਸਾਖ ਦਾ ਸਬੂਤ ਹਾਂ। 10 ਸਾਲ ਬਾਦਲਾਂ ਦੇ ਰਾਜ ਵਿੱਚ ਮੇਰੇ ਤੇ 6 ਮੁਕੱਦਮੇ ਝੂਠੇ ਦਰਜ ਕੀਤੇ। ਕੈਪਟਨ ਸਾਹਿਬ ਦੀ ਸਰਕਾਰ ਵਿੱਚ ਮੈਂ ਲੀਡਰ ਆਫ ਆਪੋਜੀਸ਼ਨ ਰਾਣੇ ਗੁਰਜੀਤ ਵਰਗੇ ਮਾਫੀਆ ਨੂੰ ਜਦੋਂ ਮੈਂ ਉਹਨੂੰ ਕੈਬਨਿਟ 'ਚੋਂ ਕਢਾਇਆ, ਇਹਨਾਂ ਨੇ ਮੇਰੇ ਉੱਤੇ ਐਨਡੀਪੀਐਸ ਦਾ ਇੱਕ ਬਹੁਤ ਡੇਂਜਰਸ ਨਸ਼ਿਆਂ ਦਾ ਮੁਕੱਦਮਾ ਦਰਜ ਕਰਕੇ ਮੈਨੂੰ ਸੁਪਰੀਮ ਕੋਰਟ ਵਿੱਚ ਭੇਜਿਆ ਹੋਇਆ ਵਾ। ਇਸ ਲਈ ਜਿਹੜਾ ਅਸਲ ਲੁੱਟ ਖਸੁੱਟ ਹੈ, ਉਹ ਇੱਕ ਪੋਲੀਟੀਕਲ ਜਮਾਤ ਦਾ ਇੱਕ ਛੋਟਾ ਜਿਹਾ ਹਿੱਸਾ ਤੇ ਅਫਸਰਸ਼ਾਹੀ ਨੇ ਦੋਨਾਂ ਹੱਥਾਂ ਦੇ ਨਾਲ ਪੰਜਾਬ ਨੂੰ ਐਸਾ ਲੁੱਟਿਆ ਕਿ ਅੱਜ ਪੰਜਾਬ 2.5 ਲੱਖ ਕਰੋੜ ਰੁਪਏ ਦਾ ਕਰਜ਼ਈ ਆ। ਅਸੀਂ 20,000 ਰੁਪਇਆ ਪ੍ਰਤੀ ਸਾਲ ਕੇਵਲ ਵਿਆਜ ਦੇ ਰਹੇ ਹਾਂ। ਔਰ ਐਡਾ ਵੱਡਾ ਵਿਆਜ ਦੇਣ ਤੋਂ ਬਾਅਦ ਡਿਵੈਲਪਮੈਂਟ ਵਾਸਤੇ ਕੋਈ ਸਕੋਪ ਨਹੀਂਗਾ। ਔਰ ਜਿਹੜੀ ਸੋ ਕਾਲਡ ਸਰਕਾਰੀ ਮਿਸ਼ਨਰੀ ਦੀ ਥੱਲੇ ਤੱਕ ਪ੍ਰਣਾਲੀ ਬਣੀ ਹੋਈ ਆ, ਇਹ ਰੈਂਪੈਂਟਲੀ ਕਰਪਟ ਆ। ਇਹ ਐਡੇ ਬੁਰੀ ਤਰ੍ਹਾਂ ਨਾਲ ਇਹਨਾਂ ਨੇ ਡੀਕੇ ਹੋ ਚੁੱਕੀ ਆ। ਇਹਨਾਂ ਨੇ ਸਭ ਨੇ ਥੱਲਿਓਂ ਲੈ ਕੇ ਉੱਤੇ ਤੱਕ ਹਿੱਸੇ ਵੰਡੇ ਹੋਏ ਨੇ। ਇਹਨਾਂ ਦੇ ਅਕਾਊਂਟ ਵਿੱਚ, ਇਹਨਾਂ ਦੇ ਘਰਾਂ ਵਿੱਚ ਆਟੋਮੈਟਿਕਲੀ ਕੋਈ ਕੰਮ ਹੁੰਦਾ, ਸੜਕਾਂ ਦਾ, ਇਰੀਗੇਸ਼ਨ ਦਾ, ਬਿਲਡਿੰਗਾਂ ਦਾ, ਠੇਕਿਆਂ ਦਾ, CLU ਦਾ, ਇਹਨਾਂ ਦੇ ਜਿਹੜਾ ਬਣਦਾ ਕੱਟ ਆ ਥੱਲਿਓਂ ਲੈ ਕੇ 2-2%, 3-3%, 5-5%, 6-6%,
ਇਹਨਾਂ ਦੇ ਘਰਾਂ ਵਿੱਚ ਬੜੇ ਬਾਇਜ਼ਤ ਤਰੀਕੇ ਨਾਲ ਪਹੁੰਚ ਜਾਂਦਾ ਤੇ ਪੁੱਛਗਿੱਛ ਤੇ ਪਰਚੇ ਤੇ ਬਦਨਾਮੀ ਉੱਪਰਲੇ ਬੰਦਿਆਂ ਦੀ ਹੁੰਦੀ ਆ। ਇਸ ਲਈ ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਆ ਕਿ ਦੇਖੋ, ਇਹ ਜਿਹੜੇ ਭਾਵਾਂ ਤੁਹਾਡੇ ਮਿਨਿਸਟਰਸ ਵੀ ਨੇ ਜਾਂ ਜਿਹੜੇ ਤੁਹਾਡੇ ਐਮਐਲਏ ਜਾਂ ਜਿਹੜੇ ਐਮਐਲਏ ਚੁਣ ਕੇ ਆਏ ਨੇ, ਇਹਨਾਂ ਨੇ ਬਹੁਤ ਸਟਰਗਲ ਕੀਤਾ ਵਾ ਔਰ ਇਹ ਡਾਇਰੈਕਟਲੀ ਲੋਕਾਂ ਦੇ ਨਾਲ ਕਨੈਕਟਡ ਆ। ਇਹਨਾਂ ਦੀ ਪੁੱਛ ਪੜਤਾਲ ਤੇ ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ, ਇਹਨਾਂ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਤੁਹਾਡੇ ਜਿਹੜੇ ਬਿਊਰੋਕਰੈਟਸ ਨੇ ਬੜੇ ਇੰਟੈਲੀਜੈਂਟ ਹੋਣਗੇ, ਪਰ ਉਹਨਾਂ ਨੂੰ ਸਿਆਸੀ ਜਮਾਤ ਤੇ ਐਡੇ ਵੱਡੇ ਪੱਧਰ ਤੇ ਹਾਵੀ ਹੋਣ ਦੇਣ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ। ਮੈਂ ਉਮੀਦ ਕਰਦਾ ਕਿ ਜਿਹੜੇ ਮੇਰੇ ਸਤਿਕਾਰਯੋਗ ਵਿਸ਼ਵ 'ਚ ਬੈਠੇ ਪੰਜਾਬੀ ਨੇ, ਉਹ ਇਸ ਗੱਲ ਨੂੰ ਸਮਝਦੇ ਨੇ ਔਰ ਅੱਛੀ ਤਰੀਕੇ ਨਾਲ ਇਹਦੇ ਉੱਤੇ ਵਿਚਾਰ ਵੀ ਕਰਨਗੇ। ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੁਖਪਾਲ ਸਿੰਘ ਖਹਿਰਾ।